ज्ञान ध्यान किछ कर्म ना जाना, सार न जाना तेरी। सब ते वड्डा सतगुरु नानक, जिन कल राखी मेरी। सब ते वड्डा सतगुरु नानक, जिन कल राखी मेरी। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ। ਅੱਜ 9ਵੀਂ ਪੌੜੀ ਦੀ ਵਿਚਾਰ ਆਰੰਭ ਹੋਣ ਜਾ ਰਹੀ ਹੈ। ਆਪ ਸਭ ਮਾਈ ਪਾਈ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਸਚਿਆਰ ਬਣਨ ਦਾ ਉਪਦੇਸ਼ ਕੀਤਾ। ਰੱਬੀ ਹੁਕਮਾਂ 'ਚ ਆ ਕੇ ਸਚਿਆਰ ਬਣਿਆ ਜਾ ਸਕਦਾ ਹੈ। ਉਹ ਰੱਬੀ ਹੁਕਮਾਂ ਦੀ ਸਮਝ ਕਿਵੇਂ ਆਵੇ? ਗੁਰੂ ਦੀ ਸਿੱਖਿਆ, ਗੁਰੂ ਦੇ ਗਿਆਨ ਦੇ ਨਾਲ, ਗੁਰਪ੍ਰਸਾਦ। ਤੇ ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਦਾ ਹੈ ਉਹਦੀ ਜ਼ਿੰਦਗੀ 'ਚ ਤਬਦੀਲੀਆਂ ਆ ਜਾਂਦੀਆਂ ਨੇ। ਜਿਵੇਂ ਪਿਛਲੀ ਪੌੜੀ 'ਚ ਗੁਰੂ ਜੀ ਨੇ ਇਹ ਰਹਿਮਤ ਕੀਤੀ ਕਿ ਸੁਣਨ ਦੇ ਨਾਲ ਸਿੱਧ ਪੀਰ ਸੁਰਨਾਥ ਦੇਵਤੇ ਇਹਨਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਧਰਤੀ, ਆਕਾਸ਼, ਸੂਰਜ ਮੰਡਲ, ਜਜ਼ੀਰੇ, ਦੀਪ ਇਹ ਨਾਮ ਦੇ ਆਸਰੇ ਦੇ ਨੀਵਾਂ ਦੇ ਵਿੱਚ, ਸਿਸਟਮ ਦੇ ਵਿੱਚ ਖੜੇ ਹੋਏ ਨੇ, ਸਮਝ ਲੱਗ ਜਾਂਦੀ ਹੈ। ਰੱਬੀ ਗੁਣਾਂ ਨੂੰ ਧਾਰਨ ਕੀਤਿਆਂ ਆਤਮਿਕ ਮੌਤ ਪਹੁੰਚਦੀ ਨਹੀਂ ਹੈ। ਜੀਵ ਜਿਉਂ ਉੱਠਦਾ ਹੈ, ਆਤਮਿਕ ਤੌਰ 'ਤੇ ਜੀ ਪੈਂਦਾ ਹੈ। ਔਰ ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਦਾ ਹੈ ਉਹਦੀ ਜ਼ਿੰਦਗੀ 'ਚ ਖੇੜਾ ਆ ਜਾਂਦਾ ਹੈ, ਉਹਦੇ ਦੁੱਖ ਪਾਪ ਨਾਸ਼ ਹੋ ਜਾਂਦੇ ਹਨ। ਇਸ ਤੋਂ ਅਗਲੇ ਵਚਨ ਸੁਣਿਆ ਈਸ਼ਰ ਬ੍ਰਹਮਾ ਇੰਦ। ਸੁਣਿਆ ਮੈਨੇ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ। ਆਮ ਤੌਰ 'ਤੇ ਇਸ ਤੁਕ ਦੇ ਅਰਥ ਕੀਤੇ ਜਾਂਦੇ ਹਨ ਕਿ ਸੁਣਨ ਨਾਲ ਈਸ਼ਰ ਮੈਨੇ ਸ਼ਿਵ, ਬ੍ਰਹਮਾ ਮੈਨੇ ਬ੍ਰਹਮਾ, ਇੰਦ ਮੈਨੇ ਇੰਦਰ, ਇਹਨਾਂ ਦੀ ਪਦਵੀ ਮਿਲ ਜਾਂਦੀ ਹੈ। ਮਨੁੱਖ ਇਹਨਾਂ ਦੀ ਅਵਸਥਾ 'ਤੇ ਪਹੁੰਚ ਜਾਂਦਾ ਹੈ। ਹੁਣ ਗੁਰੂ ਜੀ ਤੇ ਬਾਣੀ 'ਚ ਇਹ ਕਹਿ ਰਹੇ ਨੇ ਕਿ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੈ ਡੋਰੂ ਟਮਕਾਵੈ। ਕਿ ਕੋਈ ਸ਼ਿਵ ਦੀ ਅਵਸਥਾ 'ਤੇ ਜੇ ਪਹੁੰਚੇਗਾ ਤੇ ਸ਼ਿਵ ਬੈਲ ਦੇ ਉੱਪਰ ਬੈਠ ਕੇ ਡਮਰੂ ਵਜਾ ਰਿਹਾ ਹੈ, ਫਿਰ ਉਹ ਸ਼ਿਵ ਦਾ ਰੂਪ ਜਿਹੜਾ ਹੋਏਗਾ ਉਹ ਵੀ ਬੈਲ ਉੱਪਰ ਬੈਠ ਕੇ ਡਮਰੂ ਵਜਾਉਂਦਾ ਫਿਰੇਗਾ। ਗੁਰੂ ਜੀ ਸਾਨੂੰ ਇਸ ਪਦਵੀ 'ਤੇ ਅਪਣਾਉਣਾ ਚਾਹੁੰਦੇ ਹਨ। ਉਹ ਪਦਵੀ ਜਿੱਥੇ ਸ਼ਿਵ ਬ੍ਰਹਮਾ ਨੂੰ ਧੀ ਦੇ ਮੌਤ ਹੋਣ ਤੋਂ ਬਚਾਉਣਾ ਚਾਹੁੰਦਾ ਹੈ, ਪਾਪ ਤੋਂ ਬਚਾਉਣਾ ਚਾਹੁੰਦਾ ਹੈ, ਤੇ ਉਲਟਾ ਬ੍ਰਹਮ ਹੱਤਿਆ ਲੱਗ ਜਾਂਦੀ ਹੈ। ਕਿ ਗੁਰੂ ਜੀ ਅਵਸਥਾ 'ਤੇ ਪਹੁੰਚਾਉਣਾ ਚਾਹੁੰਦੇ ਹਨ। ਅਨੇਕ ਪਾਤਿਕ ਹਰਤਾ ਤ੍ਰਿਭੁਵਨ ਨਾਥ ਰੀ, ਤੀਰਥ ਤੀਰਥ ਭ੍ਰਮਤਾ ਲਹੈ ਨਾ ਪਾਰੀ, ਕਰਮ ਕਰ ਕਪਾਲ ਮਫਿਟਸਰੀ। ਅਰਥ ਆਪ ਜੀ ਗੁਰਬਾਣੀ 'ਚੋਂ ਪੜ੍ਹ ਲੈਣਾ। ਗੁਰੂ ਜੀ ਤੇ ਬਾਣੀ 'ਚ ਇਹ ਗੱਲ ਕਹਿ ਰਹੇ ਨੇ। ਤੇ ਬ੍ਰਹਮਾ, ਜਿਸ ਬ੍ਰਹਮਾ ਦਾ ਜ਼ਿਕਰ ਕਰ ਰਹੇ ਨੇ, ਉਸ ਬ੍ਰਹਮਾ ਦੇ ਬਾਰੇ ਤੇ ਸਪਸ਼ਟ ਹੈ ਉਹ ਤੇ ਆਪਣੇ ਸਰਸਵਤੀ ਧੀ ਦੇ ਪਾਪ ਦਾ ਭਾਗੀ ਹੈ। ਕਿ ਗੁਰੂ ਜੀ ਸਾਨੂੰ ਕਰੈਕਟਰਲੈਸ ਬਣਾਉਣਾ ਚਾਹੁੰਦੇ ਹਨ ਕਿ ਉਸ ਪਦਵੀ 'ਤੇ ਪਹੁੰਚਾ ਕੇ। ਤੇ ਬ੍ਰਹਮਾ ਬਾਰੇ ਇਹ ਕਿਹਾ ਜਾਂਦਾ ਹੈ ਉਹਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ। ਅੱਜ ਤੁਸੀਂ ਕਿਸੇ ਕਾਲੇ ਨੂੰ, ਕਿਸੇ ਗੋਰੇ ਨੂੰ ਕਹਿ ਕੇ ਦੇਖੋ ਇਹ ਦੁਨੀਆ ਜਿਹੜੀ ਬ੍ਰਹਮਾ ਨੇ ਬਣਾਈ, ਉਹ ਹੱਸ ਪੈਣਗੇ। ਉਹ ਕਹਿਣਗੇ ਕੌਣ ਹੈ, ਅਸੀਂ ਤੇ ਨਾ ਪਹਿਲੀ ਵਾਰ ਸੁਣਿਆ। ਸਿਰਫ ਭਾਰਤ ਦੇ ਲੋਕ ਜਾਣਦੇ ਨੇ ਬ੍ਰਹਮਾ ਨੂੰ ਨੇ ਪੂਰੀ ਦੁਨੀਆ ਨੂੰ ਬਣਾਇਆ, ਹੋਰ ਕੋਈ ਵੀ ਨਹੀਂ ਜਾਣਦਾ। ਛੋਟੀਆਂ ਮੋਟੀਆਂ ਚੀਜ਼ਾਂ ਦਾ ਸਭ ਨੂੰ ਪਤਾ ਹੈ। ਗ੍ਰੈਵਿਟੀ ਇੱਕੋ ਦਮ ਬੱਚਿਆਂ ਨੂੰ ਪੁੱਛ ਕੇ ਦੇਖ ਲਓ, ਆਖਦੇ ਨੇ ਨਿਊਟਨ ਦੀ ਕਾਢ ਹੈ, ਉਹਦੀ ਖੋਜ ਹੈ। ਕਾਢ ਨਹੀਂ, ਖੋਜ ਹੈ ਉਹਦੀ। ਪੁੱਛੋ ਜਿਹੜਾ ਸਟੀਮ ਇੰਜਨ ਕਿਹਨੇ ਬਣਾਇਆ? ਜਾਰਜ ਸਟੀਫਨਸਨ ਨੇ, ਸਭ ਨੂੰ ਪਤਾ ਹੈ। ਰੇਡੀਅਮ ਦੀ ਖੋਜ ਮੈਰੀ ਕਿਊਰੀ ਨੇ ਕੀਤੀ, ਸਭ ਨੂੰ ਪਤਾ ਹੈ। ਇਹ ਬਲਬ ਕਿਹਨੇ ਬਣਾਇਆ? ਥਾਮਸ ਅਲਵਾ ਐਡੀਸਨ ਨੇ ਬਣਾਇਆ। ਜਿਹਨੇ ਬਲਬ ਬਣਾਇਆ ਉਹਨੂੰ ਤੇ ਸਾਰੀ ਦੁਨੀਆ ਜਾਣਦੀ ਹੈ, ਪਰ ਜਿਹਨੇ ਪੂਰੀ ਦੁਨੀਆ ਬਣਾਈ ਉਹਨੂੰ ਕੋਈ ਨਹੀਂ ਜਾਣਦਾ। ਸਿਰਫ ਭਾਰਤ ਦੇ ਲੋਕ ਜਾਣਦੇ ਨੇ। ਗੁਰੂ ਜੀ ਤੇ ਬਾਣੀ 'ਚ ਇਹ ਗੱਲ ਕਹਿ ਕੇ ਗਏ ਨੇ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਪ੍ਰਭੂ ਨੇ ਸਾਨੂੰ ਪੈਦਾ ਕੀਤਾ, ਆਪ ਹੀ ਉਹ ਸ੍ਰਿਸ਼ਟੀ ਬਣਿਆ। ਅਵਿਕਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਆਪ ਹੀ ਪ੍ਰਭੂ ਨਿਰਗੁਣ ਤੋਂ ਸਰਗੁਣ ਹੋ ਗਿਆ। ਨਿਰ ਆਕਾਰ ਤੋਂ ਆਕਾਰ ਸਾਕਾਰ ਰੂਪ ਉਹ ਆਪ ਬਣਿਆ। ਸੁਣਿਆ ਈਸ਼ਰ ਬ੍ਰਹਮਾ ਇੰਦ। ਇੰਦ ਮੈਨੇ ਇੰਦਰ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜੇ ਮੀਂਹ ਨਾ ਪਵੇ, ਇੰਦਰ ਨੂੰ ਕੋਈ ਕੜਾਹ ਬਣਾ ਕੇ, ਚੌਲ ਬਣਾ ਕੇ ਖਵਾਏ ਤੇ ਉਹ ਮੀਂਹ ਪਾ ਦਿੰਦਾ ਹੈ। ਫਿਰ ਅਮੀਰ ਤੇ ਚੌਲ ਖਵਾ ਦੇਗਾ, ਆਪਣੀ ਪੈਲੀਆਂ 'ਚ ਮੀਂਹ ਪਵਾ ਦੇਗਾ। ਗਰੀਬ ਦੇ ਖੇਤ ਸੁੱਕੇ ਰਹਿ ਜਾਣਗੇ, ਉਹ ਚਾਵਲ ਨਹੀਂ ਖਵਾ ਪਾਏਗਾ। ਗਰੀਬ ਕਿੱਥੇ ਜਾਏਗਾ? ਕੀ ਪ੍ਰਭੂ ਇੰਨਾ ਵਿਤਕਰਾ ਕਰੇਗਾ ਆਪਣੇ ਸੰਸਾਰ ਵਿੱਚ? ਗੁਰੂ ਜੀ ਤੇ ਆਖਦੇ ਨੇ, ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਹੱਥ ਕਿਛ ਨਾਹੇ, ਜਿਨ ਇਹ ਮੇਘ ਪਠਾਇਆ ਤਿਸਰਾ ਖੋ ਮਨ ਮਾਹੇ। ਇਹ ਜਿਹੜਾ ਬੱਦਲ ਹੈ
ਇਹ ਵਰਖਾ ਕਰਨ ਵਾਲਾ ਰੱਬ ਦੇ ਨਿਯਮ 'ਚ ਸਿਰ ਭਰ ਹੋ ਕੇ ਦੁਨੀਆ ਦੀ ਸੇਵਾ ਕਰ ਰਿਹਾ, ਤੁਸੀਂ ਇਹਨੂੰ ਪੂਜ ਰਹੇ ਹੋ। ਭੈ ਵਿੱਚ ਇੰਦ ਫਿਰਿਆ ਸਿਰ ਭਾਰ। ਇੰਦਰ ਬਾਰੇ ਤੇ ਵੀ ਬਾਣੀ 'ਚ ਬਚਨ ਆਉਂਦਾ ਹੈ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿ ਸਰੀਰ ਚਿਹਨ ਪੱਗ ਹੋਵੇ ਤਾਂ ਮਨ ਪਛੋਤਾਇਆ। ਇੰਦਰ ਨੂੰ ਤੇ ਗੁਰਬਾਣੀ ਨੇ ਤੇ ਸਨਾਤਨ ਮਤ ਦੇ ਆਪਣੇ ਗ੍ਰੰਥਾਂ ਨੇ ਬਲਾਤਕਾਰੀ ਕਿਹਾ ਕਿ ਗੁਰੂ ਜੀ ਸਿੱਖ ਨੂੰ ਇੱਕ ਰੇਪਿਸਟ ਬਣਾਉਣਾ ਚਾਹੁੰਦੇ ਨੇ, ਇੱਕ ਕਰੈਕਟਰਲੈਸ ਬਣਾਉਣਾ ਚਾਹੁੰਦੇ ਨੇ। ਨਹੀਂ, ਜਦੋਂ ਗੁਰੂ ਦੀ ਕੋਈ ਸੱਚੀ ਸਿੱਖਿਆ ਨੂੰ ਸੁਣਦਾ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੁਣ ਕੇ ਵਿਚਾਰ ਕੇ ਦੇਖੋ, ਆਪ ਵਿਚਾਰ ਲਓ, ਇਹਨਾਂ ਸਾਰਿਆਂ ਦੇ ਬਾਰੇ ਜ਼ਿਕਰ ਆ ਜਾਂਦਾ ਹੈ। ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਪਤਾ ਲੱਗ ਜਾਂਦਾ ਹੈ ਇਹ ਕਿੰਨੇ ਕੁ ਪਾਣੀ 'ਚ ਖੜੇ ਨੇ, ਇਹਨਾਂ ਦੀ ਕਿੰਨੀ ਕੁ ਅਸਲੀਅਤ ਹੈ, ਇਹ ਕਿੱਥੇ ਕੁ ਖੜੇ ਨੇ। ਸਿੱਖ ਗਿਆਨਵਾਨ ਹੋ ਜਾਂਦਾ ਹੈ। ਸੁਣਿਆ ਮੁਖ ਸਲਾਹਣ ਮੰਦ, ਗੁਰੂ ਜੀ ਤੇ ਜੀਵਨ ਉੱਚਾ ਚੁੱਕ ਰਹੇ ਨੇ। ਇੱਕ ਪਾਸੇ ਇੰਦਰ ਦੀ ਗੱਲ ਹੈ, ਦੂਜੇ ਪਾਸੇ ਗੁਰੂ ਜੀ ਕਹਿੰਦੇ ਨੇ ਕਿਆ ਗਲਾਇਓ ਪੂਛ ਪਰ ਵੇਲ ਨਾ ਜੋ ਹੈ ਕੰਤ ਤੂੰ। ਸਾਡੇ ਰਹਿਤਨਾਮੇ ਤੇ ਕਹਿ ਰਹੇ ਨੇ ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸੋਹਰਾ ਤੋਂ ਹੀ ਰਹਿਤਵਾਨ ਗੁਰੂ ਕਾ ਸਿੱਖ ਸੋਈ। ਸਾਡੇ ਰਹਿਤਨਾਮੇ ਤੇ ਕਹਿ ਰਹੇ ਨੇ ਪਰ ਬੇਟੀ ਕੋ ਬੇਟੀ ਜਾਣਾ, ਪਰ ਤੇਰੇ ਰੂਪ ਨਾ ਪੇਖੇ ਨੇ। ਤੇਰੀ ਗੁਰਬਾਣੀ ਇਹ ਕਹਿ ਰਹੀ ਹੈ। ਗੁਰੂ ਜੀ ਆਖਦੇ ਨੇ ਗੁਰੂ ਦੀ ਸੱਚੀ ਸਿੱਖਿਆ ਸੁਣ ਕੇ ਦੇਖ ਲਓ, ਤੁਸੀਂ ਇੰਦਰ ਦੀ ਪਦਵੀ ਨਹੀਂ ਪਾਓਗੇ, ਬਲਕਿ ਤੁਸੀਂ ਸਲਾਹਣਯੋਗ ਹੋ ਜਾਓਗੇ, ਇੱਜ਼ਤਵਾਨ ਹੋ ਜਾਓਗੇ। ਸੁਣਿਆ ਮੁਖ ਸਲਾਹਣ ਮੰਦ, ਮੰਦਾ ਬੰਦਾ ਵੀ ਮੁਖ ਤੋਂ ਰੱਬ ਦੀ ਸਿਫਤ ਕਰਨ ਲੱਗ ਜਾਂਦਾ ਹੈ ਤੇ ਸਲਾਹਣਯੋਗ ਹੋ ਜਾਂਦਾ ਹੈ। ਸੰਭਾਵਨਾ ਰੱਖਦਾ ਹੈ ਉਹ ਵੀ ਸਲਾਹਣਯੋਗ ਹੋ ਜਾਏ। ਸੱਜਣ ਜਿਹੜਾ ਹੈ ਉਹ ਲੋਕਾਂ ਨੂੰ ਲੁੱਟ ਕੇ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਖੂਹ 'ਚ ਸੱਟ ਕੇ ਰੋਟੀ ਖਾਂਦਾ ਸੀ। ਉਹਨੇ ਗੁਰੂ ਨਾਨਕ ਸਾਹਿਬ ਜੀ ਦੀ ਇੱਕੋ ਸਿੱਖਿਆ ਸੁਣੀ। ਗੁਰੂ ਨਾਨਕ ਸਾਹਿਬ ਨੇ ਇਹਨਾਂ ਕਿਹਾ ਸੀ, ਸੱਜਣਾ ਜਿਸ ਦਿਨ ਤੇਰਾ ਜਨਮ ਹੋਇਆ ਤੇਰੇ ਮਾਤਾ ਪਿਤਾ ਨੇ ਤੇਰਾ ਨਾਂ ਰੱਖਿਆ ਸੱਜਣ, ਕਿ ਸਾਡਾ ਪੁੱਤਰ ਸੱਜਣ ਹੋਏਗਾ। ਘੱਟੋ ਘੱਟ ਆਪਣੇ ਮਾਂ ਪਿਓ ਦੀ ਸ਼ਰਮ ਖਾ ਲੈਂਦਾ, ਉਹਨਾਂ ਦੀ ਇੱਜ਼ਤ ਰੱਖ ਲੈਂਦਾ, ਸੱਜਣ ਬਣ ਜਾਂਦਾ। ਨਾ ਤੇਰਾ ਸੱਜਣ ਹੈ ਤੂੰ ਸੱਜਣ ਨਹੀਂ। ਉਹ ਆਖਦਾ ਫਿਰ ਸੱਜਣ ਕਿਵੇਂ ਬਣੀਦਾ? ਗੁਰੂ ਜੀ ਆਖਦੇ ਸੱਜਣ ਉਹ ਨਹੀਂ ਜਿਹੜੇ ਲੋਕਾਂ ਨੂੰ ਮਾਰ ਕੇ ਖੂਚ ਸੜਦੇ ਹੋਣ। ਸੱਜਣ ਤੇ ਹਰ ਗਰੀਬ ਦੇ ਨਾਲ ਮਿਲ ਕੇ ਤੁਰਦੇ ਨੇ, ਸਾਥ ਦਿੰਦੇ ਨੇ ਉਹਨਾਂ ਦਾ। ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਸੱਜਣ ਤੇ ਉਹ ਨੇ ਜਿਹੜੇ ਸਹਾਇਤਾ ਕਰਦੇ ਨੇ, ਸਾਥ ਦਿੰਦੇ ਨੇ। ਇੱਕ ਸਿੱਖਿਆ ਸੁਣੀ, ਉਹ ਜਿਹੜਾ ਮੰਦਾ ਆਦਮੀ ਸੀ ਸਲਾਹਣਯੋਗ ਹੋ ਗਿਆ। ਅੱਜ ਸਾਡੀਆਂ ਸਟੇਜਾਂ ਤੋਂ ਸੱਜਣ ਠੱਗ ਗਿਆ ਜਾਂਦਾ ਹੈ, ਉਹ ਤੇ ਰੱਬ ਦਾ ਪਿਆਰਾ ਬ੍ਰਹਮ ਗਿਆਨੀ ਧਰਮੀ ਹੋ ਗਿਆ, ਸਚਿਆਰ ਹੋ ਗਿਆ। ਅਸੀਂ ਤੇ ਇੰਨੀ ਵਾਰ ਬਾਣੀ ਸੁਣੀ, ਅਸੀਂ ਨਹੀਂ ਬਦਲੇ, ਕਿਉਂਕਿ ਕੰਨਾਂ ਨੇ ਸੁਣੀ, ਅਸੀਂ ਨਹੀਂ ਸੁਣੀ। ਸੁਣਨ ਵਾਲਾ ਮਨੁੱਖ ਜਿਹੜਾ ਸਲਾਹਣਯੋਗ ਹੋ ਜਾਂਦਾ ਹੈ, ਭਾਵ ਗੁਰੂ ਦੀ ਸਿੱਖਿਆ ਇੰਨੀ ਸੰਭਾਵਨਾ ਰੱਖਦੀ ਹੈ, ਕੋਈ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਕੇ ਦੇਖ ਲਵੇ, ਸਲਾਹਣਯੋਗ ਹੋ ਜਾਏ। ਕੋਡੇ ਭੀਲ ਵਰਗੇ ਤਰ ਗਏ, ਭੂਮੇ ਚੋਰ ਵਰਗੇ ਜ਼ਿੰਦਗੀ ਬਦਲ ਗਏ। ਮੰਦੇ ਤੋਂ ਮੰਦਾ ਮਨੁੱਖ ਵੀ ਜ਼ਿੰਦਗੀ ਬਦਲ ਸਕਦਾ ਹੈ, ਇੰਨੀ ਸਮਰੱਥਾ ਹੈ। ਝੂਠਾ ਆਦਮੀ ਜ਼ਿੰਦਗੀ 'ਚ ਸੱਚਾ ਮਹਾਂਪੁਰਖ ਹੋ ਸਕਦਾ ਹੈ। ਪਾਪੀ ਆਦਮੀ ਪਵਿੱਤਰ ਹੋ ਸਕਦਾ ਹੈ। ਜਿਹਦੀ ਨਕਾਰਾਤਮਕ ਸੋਚ ਹੈ ਉਹਦੀ ਸੋਚ ਪੋਜ਼ਿਟਿਵ ਹੋ ਸਕਦੀ ਹੈ। ਜਿਹੜਾ ਮਨੁੱਖ ਢਹਿੰਦੀਆਂ ਕਲਾਂ ਵਿੱਚ ਹੈ, ਕੀ ਬਣੇਗਾ ਮੇਰਾ, ਕੀ ਬਣੇਗਾ ਮੇਰੇ ਪਰਿਵਾਰ ਦਾ। ਗੁਰੂ ਦੀ ਸਿੱਖਿਆ ਇੰਨਾ ਆਤਮਿਕ ਤੌਰ 'ਤੇ ਸ਼ਕਤੀ ਦੇ ਦਿੰਦੀ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ। ਜਿਹੜਾ ਮਨੁੱਖ ਕਿਸੇ ਨੂੰ ਇੱਕ ਗੱਲ ਨਹੀਂ ਕਹਿ ਪਾਉਂਦਾ, ਚਤੁਰ ਵਕਤਾ ਹੋ ਜਾਂਦਾ ਹੈ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭੁਵਨ ਸੂਜਿਆ ਗੁਰ ਭੇਟ ਪੁਨੀਤਾ। ਅਗਿਆਨਤਾ ਵਿੱਚ ਅੰਨਾ ਮਨੁੱਖ ਤਿੰਨਾਂ ਭਵਨਾਂ ਦੀ ਸੋਝੀ ਰੱਖ ਲੈਂਦਾ ਹੈ। ਕਦੋਂ? ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਸਾਧੂ ਸੰਗ ਮੈਨੇ ਗੁਰੂ ਦੀ ਸੰਗਤ ਦੀ ਮਹਿਮਾ ਹੈ। ਗੁਰੂ ਦੀ ਸਿੱਖਿਆ ਬਦਲ ਦਿੰਦੀ ਹੈ। ਸੁਣਿਆ ਮੁਖ ਸਲਾਹਣ ਮੰਦ, ਇਹ ਨਹੀਂ ਕਿ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਸਭ ਕੁਝ ਕਰ ਸਕਦੇ ਹੋ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਅਮਲ ਵਿੱਚ ਲੈ ਆਓ। ਐਵੇਂ ਹੱਥ ਤੇ ਹੱਥ ਨਾ ਧਰੇ ਬੈਠੇ ਰਹੋ। ਤੁਸੀਂ ਸਚਿਆਰ ਹੋ ਸਕਦੇ ਹੋ, ਇੰਨੀ ਸੰਭਾਵਨਾ ਰੱਖਦੇ ਹੋ। ਜੇ ਗੁਰੂ ਜੀ ਕਹਿ ਰਹੇ ਨੇ ਕਿ ਹਾਂ ਸੁਣਿਆ ਮੁਖ ਸਲਾਹਣ ਮੰਦ, ਜੇ ਗੁਰੂ ਜੀ ਕਹਿ ਰਹੇ ਨੇ ਤੇ ਫਿਰ ਸੱਚਮੁੱਚ ਮੰਦਾ ਮਨੁੱਖ ਸਲਾਹਣਯੋਗ ਹੋ ਸਕਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ। ਅਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ। ਸੁਣਿਆ ਜੋਗ ਜੁਗਤ ਤਨ ਭੇਦ, ਆਮ ਤੌਰ 'ਤੇ ਕਈ ਵਾਰੀ ਅਰਥ ਕੀਤੇ ਜਾਂਦੇ ਨੇ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਜੋਗ ਮਤ ਦੀਆਂ ਜੁਗਤੀਆਂ ਆ ਜਾਂਦੀਆਂ ਨੇ। ਇੱਥੇ ਜੋਗ ਮਤ ਦਾ ਜ਼ਿਕਰ ਨਹੀਂ ਹੈ। ਜੋਗ ਦਾ ਮਤਲਬ ਹੁੰਦਾ ਹੈ ਮਿਲਾਪ। ਜੁਗਤ ਮਨੇ ਤਰੀਕਾ, ਮਿਲਾਪ ਦੀ ਜੁਗਤੀ ਪਤਾ ਲੱਗ ਜਾਂਦੀ ਹੈ ਕਿ ਰੱਬੀ ਮਿਲਾਪ ਕਿਵੇਂ ਹੋ ਸਕਦਾ ਹੈ। ਹੁਕਮ ਰਜ਼ਾਈ ਚੱਲਣਾ, ਆਹ ਤਰੀਕਾ ਰੱਬੀ ਮਿਲਾਪ ਦਾ।
ਮਨ ਬਚਨ ਕਰਮ 'ਚ ਇੱਕ ਸਾਰਤਾ ਆ ਜਾਏ, ਰੱਬੀ ਮਿਲਾਪ ਹੈ। ਸ਼ੁਭ ਗੁਣ ਜ਼ਿੰਦਗੀ 'ਚ ਪ੍ਰਗਟ ਹੋ ਜਾਣ, ਰੱਬੀ ਮਿਲਾਪ ਹੈ। ਮਨ ਤੇ ਮੁਖ ਸੱਚਾ ਹੋ ਜਾਏ ਤੇ ਰੱਬੀ ਮਿਲਾਪ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਕਿਸ ਬਿਨ ਕੋਏ। ਇੱਕ ਰੱਬ ਤੋਂ ਬਿਨਾਂ ਦੂਜੇ 'ਚੋਂ ਫਿਰ ਦੇਖਦਾ ਹੀ ਕਿਸੇ ਨੂੰ ਨਹੀਂ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਿਲਾਪ ਦਾ ਤਰੀਕਾ ਪਤਾ ਲੱਗ ਜਾਂਦਾ ਹੈ। ਸੁਣਿਐ ਜੋਗ ਜੁਗਤ ਤਨ ਭੇਦ, ਰੱਬ ਦੇ ਮਿਲਾਪ ਦਾ ਤਰੀਕਾ ਆ ਜਾਂਦਾ ਹੈ। ਤਨ ਦੇ ਭੇਦ ਪਤਾ ਲੱਗ ਜਾਂਦੇ ਨੇ। ਤਨ ਮੈਨੇ ਸਰੀਰ, ਸਰੀਰ ਦੇ ਭੇਦ ਪਤਾ ਲੱਗ ਜਾਂਦੇ ਨੇ। ਇਸ ਸਰੀਰ ਨਾਲ ਮੈਂ ਕਰਨਾ ਕੀ ਹੈ, ਇਹਨਾਂ ਅੱਖਾਂ ਨਾਲ ਮੈਂ ਕੀ ਕਰਨਾ, ਇਹਨਾਂ ਕੰਨਾਂ ਨਾਲ ਮੈਂ ਕੀ ਕਰਨਾ, ਹੱਥ ਮੈਨੂੰ ਕਿਉਂ ਮਿਲੇ ਨੇ, ਪੈਰਾਂ ਨੂੰ ਕਿਵੇਂ ਸਫਲ ਕਰਨਾ ਹੈ, ਜ਼ੁਬਾਨ ਨੂੰ ਕਿਵੇਂ ਸਫਲਾ ਕਰਨਾ ਹੈ। ਸਰੀਰ ਦੀ ਵਰਤੋਂ ਦੇ ਭੇਦ ਆ ਜਾਂਦੇ ਨੇ। ਗੁਰੂ ਦੀ ਸੱਚੀ ਸਿੱਖਿਆ ਦੱਸ ਦਿੰਦੀ ਹੈ ਕਿ ਕੰਨਾਂ ਦੇ ਨਾਲ ਸੱਚ ਸੁਣੀ, ਇਹ ਸਰਵਣੋ ਮੇਰੇ ਹੋ, ਸੱਚੈ ਸੁਣਨ ਨੂੰ ਪਠਾਏ। ਅੱਖਾਂ ਦੇ ਨਾਲ ਸਾਰਿਆਂ 'ਚ ਰੱਬ ਦੇਖ ਲਈ, ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਪੈਰਾਂ ਦਾ ਪਤਾ ਲੱਗ ਜਾਂਦਾ ਕੀ ਕਰਨਾ ਇਹਨਾਂ ਪੈਰਾਂ ਨਾਲ, ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਆਂ ਹਰ ਬਿੰਦ। ਜ਼ਬਾਨ ਦਾ ਪਤਾ ਲੱਗ ਜਾਂਦਾ ਕੀ ਕਰਨਾ ਹੈ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਜ਼ੁਬਾਨ ਨਾਲ ਬੋਲਣ ਦੀ ਜਾਚ ਆ ਜਾਂਦੀ ਹੈ। ਅੱਖਾਂ ਨਾਲ ਦੇਖਣਾ ਆ ਜਾਂਦਾ ਹੈ। ਮਨੁੱਖ ਹੱਥਾਂ ਨਾਲ ਕਰਮ ਕਰਨੇ ਸਿੱਖ ਜਾਂਦਾ ਹੈ। ਤਨ ਦੇ ਭੇਦ ਪਤਾ ਲੱਗ ਜਾਂਦੇ ਨੇ। ਇਸ ਤਨ ਨੂੰ ਵਰਤਣਾ ਕਿਵੇਂ ਹੈ, ਇਸ ਜ਼ੁਬਾਨ ਦੀ ਵਰਤੋਂ ਕਿਵੇਂ ਕਰਨੀ ਹੈ। ਬੱਚਾ ਜਿਹੜਾ ਹੈ 1-2 ਸਾਲ ਦੀ ਉਮਰ 'ਚ ਬੋਲਣਾ ਤੇ ਸਿੱਖ ਜਾਂਦਾ ਹੈ, ਪਰ ਕੀ ਬੋਲਣਾ ਤੇ ਕੀ ਨਹੀਂ ਬੋਲਣਾ, ਇਸ ਗੱਲ ਨੂੰ ਸਿੱਖਣ ਵਾਸਤੇ ਕਈ ਵਾਰੀ ਉਮਰ ਗੁਜ਼ਰ ਜਾਂਦੀ ਹੈ। ਪਤਾ ਹੀ ਨਹੀਂ ਲੱਗਦਾ ਕੀ ਬੋਲਣਾ ਹੈ। 80 ਸਾਲ ਦੇ ਬਜ਼ੁਰਗਾਂ ਨੂੰ ਗੱਲਾਂ ਕਰਦਿਆਂ ਸੁਣਿਆ, ਪਰ ਪਤਾ ਹੀ ਨਹੀਂ ਕੀ ਬੋਲਣਾ ਹੈ। ਇੰਨੀ ਉਮਰ ਵਿੱਚ ਵੀ ਝੂਠ ਬੋਲ ਰਹੇ ਨੇ, ਨਿੰਦਿਆ ਚੁਗਲੀ ਕਰ ਰਹੇ ਨੇ, ਗਾਲਾਂ ਕੱਢ ਰਹੇ ਨੇ। ਇੰਨੀ ਉਮਰ ਦੇ ਵਿੱਚ ਵੀ ਉਹ ਸਾਰਾ ਕੁਝ ਕਰ ਰਹੇ ਨੇ। 1-2 ਸਾਲ ਦੀ ਉਮਰ ਵਿੱਚ ਬੱਚਾ ਸਿੱਖ ਜਾਂਦਾ ਹੈ ਕਿ ਕਿਵੇਂ ਬੋਲਣਾ ਹੈ, ਪਰ ਕੀ ਬੋਲਣਾ ਹੈ, ਇਸ ਗੱਲ ਨੂੰ ਸਿੱਖਣ ਲਈ ਉਮਰਾਂ ਗੁਜ਼ਰ ਜਾਂਦੀਆਂ ਨੇ। ਇਸ ਕਰਕੇ ਬਜ਼ੁਰਗੀ ਦਾ ਸੰਬੰਧ ਉਮਰ ਨਾਲ ਨਹੀਂ ਹੈ। ਬਜ਼ੁਰਗੀ ਵਾ ਅਕਲ ਅਸਤ ਨਾ ਕਿ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਾ ਕਿ ਬਾ ਮਾਲ। ਬਜ਼ੁਰਗੀ ਦਾ ਸੰਬੰਧ ਅਕਲ ਦੇ ਨਾਲ ਹੈ, ਸਾਲਾਂ ਨਾਲ ਨਹੀਂ ਕਿ ਇਹਦੀ 80 ਸਾਲ ਉਮਰ ਹੋ ਗਈ ਹੁਣ ਬਜ਼ੁਰਗ। ਬਜ਼ੁਰਗ ਮੈਨੇ ਸਿਆਣਾ ਅਕਲਮੰਦ, ਉਹਦਾ ਸੰਬੰਧ ਅਕਲ ਦੇ ਨਾਲ ਹੈ। ਕਈ ਵਾਰੀ ਬਜ਼ੁਰਗਾਂ ਨੂੰ ਸੁਣਦਿਆਂ ਦੇਖਦਾ ਲੱਗਦਾ ਹੈ ਅਜੇ ਸਿਰਫ 8-10 ਸਾਲ ਦੇ ਬੱਚੇ ਬੈਠੇ ਨੇ, ਪਤਾ ਹੀ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ, ਜੋ ਮੂੰਹ 'ਚ ਆਇਆ ਬੋਲ ਜਾਂਦੇ ਨੇ। ਤੇ ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ, ਬੱਚੇ ਖੇਡਦੇ ਹੋਣ, ਕਦੀ ਕਦੀ ਕਿਸੇ ਬੱਚੇ ਵਿੱਚੋਂ ਕੋਈ ਬਜ਼ੁਰਗ ਨਜ਼ਰ ਆ ਜਾਂਦਾ ਹੈ, ਇੰਨੀ ਸਿਆਣੀ ਗੱਲ ਕਰ ਜਾਂਦਾ ਹੈ ਬੱਚਾ। ਬਜ਼ੁਰਗੀ ਦਾ ਸੰਬੰਧ ਅਕਲ ਨਾਲ ਹੈ। ਅਮੀਰੀ ਦਾ ਸੰਬੰਧ ਪੈਸੇ ਨਾਲ ਨਹੀਂ, ਦਿਲ ਦੇ ਨਾਲ ਹੈ। ਦਿਲ ਦਾ ਕਿੰਨਾ ਅਮੀਰ ਹੈ। ਲੱਖਾਂ ਕਰੋੜਾਂ ਕਮਾ ਕੇ ਕਿਸੇ ਗਰੀਬ ਨੂੰ 1 ਰੁਪਇਆ ਨਾ ਦੇ ਸਕੇ, ਉਹ ਗਰੀਬ ਹੈ। ਤੇ ਜਿਹਦਾ ਆਪਣਾ ਘਰ ਖਾਲੀ ਹੋਵੇ, ਕਿਸੇ ਨੂੰ ਵੰਡ ਰਿਹਾ ਹੋਵੇ, ਉਹਦੇ ਵਰਗਾ ਅਮੀਰ ਕੌਣ। ਤਮੰਗਰੀ ਮੈਨੇ ਅਮੀਰੀ, ਤਵੰਗਰੀ ਬਾ ਦਿਲ ਅਸਤ ਨਾ ਕਿ ਬਾ ਮਾਲ। ਅਮੀਰੀ ਦਾ ਸੰਬੰਧ ਮਾਲ ਧਨ ਨਾਲ ਨਹੀਂ, ਦਿਲ ਦੀ ਅਮੀਰੀ ਨਾਲ ਹੈ। ਦਿਲ ਕਿੰਨਾ ਵੱਡਾ ਹੈ। ਬਜ਼ੁਰਗੀ ਦਾ ਸੰਬੰਧ ਅਕਲ ਦੇ ਨਾਲ ਹੈ। ਮੈਂ ਦੇਖਦਾ ਦਾਦੀਆਂ ਵਹਿਮਾਂ ਭਰਮਾਂ 'ਚ ਫਸੀਆਂ ਹੋਈਆਂ ਨੇ। ਵੀਰਵਾਰ ਨੂੰ ਸਿਰ ਨਹੀਂ ਧੋਣਾ, ਸ਼ੁੱਕਰਵਾਰ ਨੂੰ ਰੋਟੀ ਨਹੀਂ ਖਾਣੀ, ਸ਼ਨੀਵਾਰ ਨੂੰ ਗਹਿਣੇ ਨਹੀਂ ਲੈਣੇ, ਐਤਵਾਰ ਨੂੰ ਸੋਣਾ ਨਹੀਂ, ਸੋਮਵਾਰ ਨੂੰ ਆਹ ਨਹੀਂ ਕਰਨਾ। ਪਰ ਜਦੋਂ ਪੋਤੀਆਂ ਨੂੰ ਦੇਖਦਾ, ਉਹ ਕਹਿ ਦਿੰਦੇ ਦਾਦੀ ਛੱਡ ਪਰ ਇਹਨਾਂ ਵਹਿਮਾਂ ਭਰਮਾਂ ਨੂੰ, ਲੰਘ ਗਏ ਉਹ ਜ਼ਮਾਨੇ, ਹੁਣ ਤੇ ਥੋੜ੍ਹੀ ਜਿਹੀ ਅਕਲ ਦੀ ਵਰਤੋਂ ਕਰ ਲਓ। ਉੱਥੇ ਦਾਦੀਆਂ ਬੱਚੇ ਲੱਗਦੀਆਂ ਨੇ, ਪੋਤੀਆਂ ਬਜ਼ੁਰਗ ਨਜ਼ਰ ਆਉਂਦੀਆਂ ਨੇ। ਉਮਰ ਦਾ ਸੰਬੰਧ ਅਕਲ ਦੇ ਨਾਲ ਨਹੀਂ ਹੈ। ਇਸ ਕਰਕੇ ਤਨ ਦੇ ਭੇਦ ਪਤਾ ਲੱਗ ਜਾਂਦੇ ਨੇ। ਇਸ ਤਨ ਨੂੰ, ਜ਼ੁਬਾਨ ਨੂੰ ਵਰਤਣਾ ਕਿਵੇਂ ਹੈ, ਇਹਦੀ ਵਰਤੋਂ ਕਿਵੇਂ ਕਰਨੀ ਹੈ, ਕੀ ਬੋਲਣਾ ਤੇ ਕੀ ਨਹੀਂ ਬੋਲਣਾ ਸਮਝ ਆ ਜਾਂਦੀ ਹੈ। ਦੁਨੀਆ ਦਾ ਸਭ ਤੋਂ ਵੱਡਾ ਧਰਮ ਕਿਹੜਾ ਹੈ? ਇਸ ਜਗਤ ਦਾ ਸਭ ਤੋਂ ਵੱਡਾ ਧਰਮ ਹੈ ਇਸ ਜ਼ੁਬਾਨ ਨੂੰ ਕਾਬੂ 'ਚ ਰੱਖਣਾ, ਜਿਹੜਾ ਬਹੁਤ ਔਖਾ ਕੰਮ ਹੈ। ਇਹ ਛੋਟਾ ਜਿਹਾ ਮਾਸ ਦਾ ਟੁਕੜਾ ਮੂੰਹ ਵਿੱਚ, ਇਹਦੇ 'ਚ ਹੱਡੀ ਕੋਈ ਨਹੀਂ ਹੁੰਦੀ, ਪਰ ਤਗੜੀ ਇੰਨੀ ਹੈ ਕਈਆਂ ਦੀਆਂ ਹੱਡੀਆਂ ਤੋੜਾ ਸਕਦੀ ਹੈ। ਇਸ ਜ਼ੁਬਾਨ ਨੂੰ ਭਾਵੇਂ ਤੁਸੀਂ ਤਲਵਾਰ ਬਣਾ ਕੇ ਕਿਸੇ ਦੇ ਦਿਲ ਨੂੰ ਚੀਰਦੇ ਚਲੇ ਜਾਓ, ਤੁਹਾਡੇ ਹੱਥ ਵਿੱਚ ਹੈ। ਚਾਹੇ ਇਸ ਜ਼ੁਬਾਨ ਨੂੰ ਮਲਮ ਬਣਾ ਕੇ ਕਿਸੇ ਨੂੰ ਖੁਸ਼ੀ ਦਿੰਦੇ ਜਾਓ, ਇਹ ਤੁਹਾਡੇ ਹੱਥ ਵਿੱਚ ਹੈ। ਜ਼ੁਬਾਨ ਦੀ ਵਰਤੋਂ ਕਰਨੀ ਆ ਜਾਂਦੀ ਹੈ। ਮੈਂ ਜੀਭ ਨੂੰ ਵਰਤਣਾ ਕਿਵੇਂ ਹੈ, ਬੋਲਣਾ ਕਿਵੇਂ ਹੈ। ਯਾਦ ਰੱਖਿਓ, ਸ਼ਬਦਾਂ ਦੇ ਆਪਣੇ ਟੇਸਟ ਹੁੰਦੇ ਨੇ। ਜਿਹੜੇ ਸ਼ਬਦ ਬੋਲਣ ਲੱਗਿਆ ਮੈਨੂੰ ਕੌੜੇ ਲੱਗਣ, ਇਹਦਾ ਮਤਲਬ ਜਿਹਦੇ ਅੱਗੇ ਮੈਂ ਪਰੋਸਾਂਗਾ ਉਹਨੇ ਵੀ ਕੌੜੇ ਲੱਗਣਗੇ।
ਮੈਂ ਨਾ ਹੀ ਅੱਗੇ ਕਰਾਂ ਡਿਲੀਵਰ, ਨਾ ਹੀ ਉਹ ਸ਼ਬਦ ਅੱਗੇ ਭੇਜਾਂ ਜਿਹੜੇ ਸ਼ਬਦ ਬੋਲਦਿਆਂ ਮੈਨੂੰ ਕੌੜੇ ਲੱਗ ਰਹੇ ਨੇ, ਦੂਸਰੇ ਨੂੰ ਵੀ ਕੌੜੇ ਲੱਗਣਗੇ। ਸ਼ਬਦਾਂ ਦੇ ਟੇਸਟ ਹੁੰਦੇ ਨੇ, ਇੱਕ ਵਾਰ ਚੱਖ ਕੇ ਦੇਖ ਲਵਾਂ, ਬੋਲਣ ਤੋਂ ਪਹਿਲਾਂ ਟੇਸਟ ਕਰ ਲਵਾਂ। ਜਿਹੜਾ ਸ਼ਬਦ ਮੈਨੂੰ ਬੋਲਦਿਆਂ ਮਿੱਠਾ ਲੱਗਦਾ ਉਹ ਮੈਂ ਅੱਗੇ ਪਹੁੰਚਾ ਦਿਆਂ, ਦੂਜੇ ਨੂੰ ਵੀ ਮਿੱਠਾ ਲੱਗੇਗਾ, ਉਹਨੂੰ ਵੀ ਖੁਸ਼ੀ ਮਿਲੇਗੀ। ਤਨ ਦੇ ਭੇਦ ਪਤਾ ਲੱਗ ਜਾਂਦੇ ਨੇ। ਅੱਖਾਂ ਨਾਲ ਕਿਵੇਂ ਦੇਖਣਾ ਹੈ, ਸਾਡਾ ਤੇ ਦੇਖਣਾ ਵੀ ਦੋਹਰਾ ਹੈ, ਸੁਣਨਾ ਵੀ ਦੋਹਰਾ ਹੈ, ਬੋਲਣਾ ਵੀ ਦੋਹਰਾ ਹੈ। ਦੋਹਰੀ ਤੇ ਜ਼ਿੰਦਗੀ ਜੀ ਰਹੇ ਹਾਂ ਅਸੀਂ। ਡਬਲ ਸਾਡੇ ਫੇਸ ਨੇ, ਦੋਹਰੇ ਸਾਡੇ ਚਿਹਰੇ ਨੇ। ਆਪਣੀ ਧੀ ਭੈਣ ਨੂੰ ਅਸੀਂ ਕਿਸੇ ਹੋਰ ਨਜ਼ਰ ਨਾਲ ਦੇਖਦੇ ਹਾਂ, ਦੂਜੇ ਦੀ ਧੀ ਭੈਣ ਨੂੰ ਕਿਸੇ ਹੋਰ ਨਜ਼ਰ ਨਾਲ ਦੇਖਦੇ ਹਾਂ। ਦੇਖਣਾ ਦੋਹਰਾ ਸਾਡਾ ਬੋਲਣਾ ਦੋਹਰਾ ਹੈ। ਆਪਣੇ ਬੱਚੇ ਨੂੰ ਕਿਸੇ ਹੋਰ ਤਰੀਕੇ ਨਾਲ ਬੋਲਦੇ ਹਾਂ, ਗਵਾਂਢੀ ਦੇ ਬੱਚੇ ਨੂੰ ਕਿਸੇ ਹੋਰ ਤਰੀਕੇ ਨਾਲ ਬੋਲਦੇ ਹਾਂ। ਸਾਡੇ ਕਰਮ ਦੋਹਰੇ ਨੇ। ਆਪਣੇ ਬੱਚੇ ਵਾਸਤੇ ਤੇ ਦੇਸੀ ਘਿਓ ਦੇ ਚੋਪੜ ਕੇ ਪਰੌਂਠੇ ਤਿਆਰ ਕਰੀਦੇ ਨੇ, ਤੇ ਜੇ ਇਹੀ ਪ੍ਰਸ਼ਾਦੇ ਲੰਗਰ 'ਚ ਪਕਾਣੇ ਪੈ ਜਾਣ, ਭਾਵੇਂ ਕੱਚੇ ਨੇ ਭਾਵੇਂ ਸੜੇ ਨੇ, ਚੱਲੀ ਜਾਂਦੇ ਨੇ। ਸਾਡਾ ਕਰਨਾ ਵੀ ਦੋਹਰਾ ਹੈ। ਆਪਣਿਆਂ ਨਾਲ ਸਾਡਾ ਹੋਰ ਤਰੀਕਾ ਹੈ, ਦੂਜਿਆਂ ਨਾਲ ਸਾਡਾ ਹੋਰ ਤਰੀਕਾ ਹੈ। ਤਨ ਦੇ ਭੇਦ ਪਤਾ ਲੱਗ ਜਾਂਦੇ ਨੇ। ਹੱਥਾਂ ਨਾਲ ਮੈਂ ਕੀ ਕਰਨਾ ਹੈ, ਕੰਨਾਂ ਨਾਲ ਕੀ ਸੁਣਨਾ ਹੈ, ਜ਼ੁਬਾਨ ਨਾਲ ਕੀ ਬੋਲਣਾ ਹੈ, ਅੱਖਾਂ ਨਾਲ ਕੀ ਦੇਖਣਾ ਹੈ, ਪੈਰਾਂ ਨਾਲ ਕਿਸ ਪਾਸੇ ਜਾਣਾ ਹੈ। ਸੋਚ ਬਦਲ ਜਾਂਦੀ ਹੈ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ, ਕਿ ਹਿਰਦੇ 'ਚ ਰੱਬ ਚੇਤੇ ਕਰੀ, ਅੱਖਾਂ ਨਾਲ ਗੁਰੂ ਦੇ ਰੱਬ ਦੇ ਦਰਸ਼ਨ ਕਰੀ, ਕੰਨਾਂ ਨਾਲ ਬਾਣੀ ਸੁਣੀ, ਜ਼ੁਬਾਨ ਨਾਲ ਬਾਣੀ ਬੋਲਣੀ। ਆਤ ਨੂੰ ਤਨ ਦਾ ਭੇਦ ਦੇ ਦਿਆਂ ਅੰਤਰ ਗੁਰ ਆਰਾਧਨਾ, ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਉ। ਤੂੰ ਰੱਬ ਵਰਗਾ ਹੋ ਜਾਏਗਾ। ਸੁਣਿਆ ਜੋਗ ਜੁਗਤ ਤਨ ਭੇਦ, ਭਾਵ ਜ਼ਿੰਦਗੀ ਦੇ ਵਿੱਚ ਸਰੀਰ ਦਾ ਭੇਦ ਪਤਾ ਲੱਗ ਜਾਂਦਾ ਹੈ। ਸਰੀਰ ਦੀ ਜ਼ੁਬਾਨ ਦੀ ਵਰਤੋਂ ਕਿਵੇਂ ਕਰਨੀ ਹੈ। ਕੋਈ ਆਦਮੀ ਆਖਦਾ ਲੜਾਕੂ ਸੀ, ਝਗੜਾਲੂ ਸੀ, ਕ੍ਰੋਧੀ ਸੀ, ਆਖਦਾ ਮੈਂ ਨਹੀਂ ਰਹਿਣਾ ਘਰ 'ਚ। ਕਹਿਣ ਲੱਗੇ ਚਲਾ ਜਾ। ਤੁਰ ਪਿਆ। ਤੁਰਦਿਆਂ ਕਿਸੇ ਦੂਰ ਪਿੰਡ ਪਹੁੰਚ ਗਿਆ। ਰਸਤੇ 'ਚ ਭੁੱਖ ਲੱਗੀ, ਉਹਨੇ ਕਿਸੇ ਦੇ ਘਰ ਦਾ ਦਰਵਾਜ਼ਾ ਖੜਕਾਇਆ, ਭੁੱਖ ਬੜੀ ਲੱਗੀ ਹੈ। ਨਾਲ ਥੋੜ੍ਹੇ ਜਿਹੇ ਚਾਵਲ ਲੈ ਲਏ ਸਨ। ਕਹਿਣ ਲੱਗਾ ਥੋੜ੍ਹੇ ਚਾਵਲ ਬਣਾ ਦਿਓ। ਉਹ ਜਿਹੜੀ ਘਰ ਦੀ ਸਵਾਣੀ ਸੀ, ਉਹਨੇ ਚਾਵਲ ਧਰ ਦਿੱਤੇ, ਨਾਲ ਚੌਂਕੀ 'ਚ ਬੈਠ ਗਿਆ ਤੇ ਬੈਠਿਆਂ ਆਖਦਾ ਮਾਤਾ ਆ ਤੇਰੀ ਮੱਝ ਬੜੀ ਤਗੜੀ ਹੈ। ਕਹਿਣ ਲੱਗੀ ਹਾਂ ਪੱਠੇ ਪ੍ਰੋਪਰ ਪੂਰੇ ਪਾਈਦੇ ਨੇ। ਕਹਿਣ ਲੱਗਾ ਜੇ ਮਰ ਗਈ ਤੇ ਦਰਵਾਜ਼ਾ ਬੜਾ ਛੋਟਾ, ਬਾਹਰ ਕੱਢੀ ਨਹੀਂ ਜਾਣੀ। ਉਹ ਕਹਿਣ ਲੱਗੀ ਆਪਣੇ ਮੂੰਹ ਸੰਭਾਲ ਕੇ ਗੱਲ ਕਰ, ਕਿਹੋ ਜਿਹੀ ਗੱਲ ਕਰ ਰਿਹਾ ਤੂੰ। ਚੁੱਪ ਕਰ ਗਿਆ। ਚਾਵਲ ਬਣ ਰਹੇ ਨੇ। ਉਹ ਮਾਤਾ ਸੋਚਦੀ ਕਦੋਂ ਮਗਰੋਂ ਲੱਥੇ ਤੈਨੂੰ ਭੇਜਾਂ। ਇੰਨੇ ਨੂੰ ਕਮਰੇ 'ਚ ਉਹਦੀ ਨੂੰਹ ਬਾਹਰ ਆਈ। ਕਹਿਣ ਲੱਗਾ ਮਾਤਾ ਇਹ ਕੌਣ ਹੈ। ਕਹਿਣ ਲੱਗੀ ਮੇਰੀ ਨੂੰਹ ਹੈ। ਕਹਿਣ ਲੱਗਾ ਮਾਤਾ ਤੇਰਾ ਪੁੱਤਰ ਕਿੱਥੇ ਹੈ। ਕਹਿਣ ਲੱਗੀ ਫੌਜ ਵਿੱਚ ਹੈ ਉਹ। ਕਹਿਣ ਲੱਗਾ ਮਾਤਾ ਜੇ ਫੌਜ ਵਿੱਚ ਤੇਰੇ ਪੁੱਤਰ ਨੂੰ ਗੋਲੀ ਲੱਗ ਜਾਏ, ਤੇਰਾ ਪੁੱਤਰ ਮਰ ਜਾਏ, ਤੂੰ ਨੂਰ ਦਾ ਕੀ ਕਰੇਂਗੀ। ਉਹਨੇ ਕਿਹਾ ਮਰ ਜਾਣਾ, ਆਪਣੀ ਝੋਲੀ ਕਰ ਅੱਗੇ। ਉਹ ਜੇ ਚਾਵਲ ਬਣੇ ਨਹੀਂ ਸੀ, ਅੱਧੇ ਕੱਚੇ ਪਾਣੀ ਸਮੇਤ ਝੋਲੀ 'ਚ ਉਲਟ ਦਿੱਤੇ। ਕਹਿਣ ਲੱਗੀ ਲੈ ਕੇ ਤੁਰਦਾ ਬਣ ਇੱਥੋਂ। ਹੁਣ ਤੁਰਿਆ ਜਾਂਦਾ, ਨਾਲ ਚੋਲਾਂ ਦੀ, ਕੱਚੇ ਚੋਲਾਂ ਦੀ ਪਿੱਛ ਚੋਂਦੀ ਜਾਂਦੀ। ਕਿਸੇ ਨੇ ਪੁੱਛ ਲਿਆ ਸੱਜਣਾ ਇਹ ਕੀ ਚੋ ਰਿਹਾ। ਕਹਿਣ ਲੱਗਾ ਪੁੱਛਣਾ, ਮੇਰੀ ਜ਼ੁਬਾਨ ਦਾ ਰਸ ਚੋ ਰਿਹਾ ਹੈ। ਪਤਾ ਨਹੀਂ ਜ਼ੁਬਾਨ ਦੀ ਵਰਤੋਂ ਕਿਵੇਂ ਕਰਨੀ, ਮਿਲ ਗਈ ਹੈ ਪਰ ਪਤਾ ਨਹੀਂ ਵਰਤਣਾ ਕਿਵੇਂ ਹੈ। ਅੱਖਾਂ ਮਿਲ ਗਈਆਂ ਨੇ ਪਰ ਪਤਾ ਨਹੀਂ ਵਰਤਣੀਆਂ ਕਿਵੇਂ ਨੇ। ਦੇਖਣਾ ਕੀ ਹੈ ਤੇ ਕੀ ਨਹੀਂ ਦੇਖਣਾ। ਕੰਨ ਮਿਲ ਗਏ ਨੇ, ਪਤਾ ਨਹੀਂ ਵਰਤਣੇ ਕਿਵੇਂ ਨੇ। ਇਹਦੇ ਨਾਲ ਨਿੰਦਿਆ, ਚੁਗਲੀ, ਝੂਠ ਦੀ ਗੰਦਗੀ ਸੁਣ ਕੇ ਆਪਣੇ ਜੀਵਨ 'ਚ ਪਹੁੰਚਾਣੀ ਹੈ ਜਾਂ ਸੱਚ ਨੂੰ ਸੁਣ ਕੇ ਆਪਣੇ ਅੰਦਰ ਸੱਚ ਲੈ ਕੇ ਆਉਣਾ, ਪਤਾ ਨਹੀਂ ਹੈ। ਪਰ ਜਦੋਂ ਕਿ ਗੁਰੂ ਦੀ ਸੱਚੀ ਸਿੱਖਿਆ ਸੁਣ ਲੈਂਦਾ ਹੈ, ਕੰਨਾਂ ਦੇ ਰਾਹੀਂ ਸੱਚ ਅੰਦਰ ਚਲਾ ਜਾਂਦਾ ਹੈ, ਤਨ ਦੇ ਭੇਦ ਪਤਾ ਲੱਗ ਜਾਂਦੇ ਨੇ, ਸਮਝ ਪੈ ਜਾਂਦੀ ਹੈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਸਿੱਖਿਆ ਨਾਲ ਜ਼ਿੰਦਗੀ ਜਿਉਣ ਦੀ ਜੁਗਤੀ ਆ ਜਾਂਦੀ ਹੈ। ਰੱਬ ਦੇ ਮਿਲਾਪ ਦੀ ਜੁਗਤੀ ਪਤਾ ਲੱਗ ਜਾਂਦੀ ਹੈ। ਤਨ ਦੇ ਅੰਗਾਂ ਦੀ ਵਰਤੋਂ ਦੇ ਭੇਦ ਪਤਾ ਲੱਗ ਜਾਂਦੇ ਨੇ। ਸੁਣਿਆ ਜੋਗ ਜੁਗਤ, ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਰੱਬੀ ਮਿਲਾਪ ਦੀ ਜੁਗਤੀ ਮਿਲ ਜਾਂਦੀ ਹੈ। ਤਨ ਭੇਦ, ਤਨ ਦੇ ਸਰੀਰ ਦੇ ਭੇਦ ਪਤਾ ਲੱਗ ਜਾਂਦੇ ਨੇ। ਇਸ ਸਰੀਰ ਨੂੰ ਵਰਤਣਾ ਕਿਵੇਂ ਹੈ। ਸੁਣਿਆ ਸ਼ਾਸਤ ਸਿਮਰਤ ਵੇਦ, ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸਮਝ ਪੈ ਜਾਂਦੀ ਹੈ ਸ਼ਾਸਤਰਾਂ ਵਿੱਚ ਕੀ ਹੈ, ਸਿਮਰਤੀਆਂ ਵਿੱਚ ਕੀ ਹੈ, ਵੇਦਾਂ 'ਚ ਕੀ ਹੈ। ਬਾਣੀ ਨੂੰ ਵਿਚਾਰ ਕੇ ਦੇਖੋ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਉਹਨਾਂ ਪਾਪ ਪੁੰਨ ਦੀ ਵਿਚਾਰ ਕੀਤੀ। ਆਹ ਕੰਮ ਕਰੋਗੇ ਪੁੰਨ ਹੈ, ਆਹ ਕੰਮ ਕਰੋਗੇ ਪਾਪ ਹੈ। ਜੀਵ ਇਸ ਪਾਪ ਪੁੰਨ ਵਿੱਚ ਫਸ ਕੇ ਰਹਿ ਗਿਆ, ਇਹਨਾਂ ਕਰਮਾਂ ਵਿੱਚ ਫਸ ਕੇ ਰਹਿ ਗਿਆ ਜੀਵ।
ਉਦਾਹਰਨ ਦੇ ਤੌਰ ਤੇ ਕਿਸੇ ਨੇ ਕਹਿ ਦਿੱਤਾ ਕਿ ਜੀਵ ਹੱਤਿਆ ਪਾਪ ਹੈ। ਹੁਣ ਮੇਰੀ ਮੱਝ ਨੂੰ ਕੀੜੇ ਪੈ ਗਏ, ਮੈਂ ਕੀੜੇ ਮਾਰਦਾ ਤੇ ਮੈਨੂੰ ਪਾਪ ਲੱਗਦਾ ਹੈ। ਮੈਂ ਕੀੜੇ ਨਹੀਂ ਮਾਰਦਾ, ਮੱਝ ਮਰਦੀ ਤਾਂ ਪਾਪ ਲੱਗਦਾ ਹੈ। ਕਿੱਧਰ ਜਾਵਾਂ ਮੈਂ? ਮੇਰੇ ਘਰ ਵਿੱਚ ਚੂਹੇ, ਕਾਕਰੋਚ, ਟਿੱਡੀਆਂ, ਮੱਛਰ, ਖਟਮਲ ਆ ਗਏ। ਜੇ ਇਹਨਾਂ ਨੂੰ ਮਾਰਦਾ ਹਾਂ ਤੇ ਪਾਪ ਲੱਗਦਾ ਹੈ, ਨਹੀਂ ਮਾਰਦਾ ਮੇਰੇ ਬੱਚੇ ਬਿਮਾਰ ਹੋ ਕੇ ਮਰਦੇ ਨੇ, ਪਾਪ ਲੱਗਦਾ ਹੈ। ਕਿੱਧਰ ਜਾਵਾਂ? ਮੈਨੂੰ ਬੁਖਾਰ ਹੋ ਗਿਆ, ਮੇਰੇ ਅੰਦਰ ਕੋਈ ਵਾਇਰਸ ਚਲਾ ਗਿਆ, ਮੈਂ ਦਵਾਈ ਖਾਨਾ, ਉਹ ਮੇਰੇ ਬੈਕਟੀਰੀਆ, ਉਹ ਮੇਰੇ ਵਾਇਰਸ ਮਰਦੇ ਨੇ ਤੇ ਪਾਪ ਲੱਗਦਾ ਹੈ। ਨਹੀਂ ਮਾਰਦਾ ਤੇ ਮੈਂ ਮਰਦਾ, ਪਾਪ ਲੱਗਦਾ ਹੈ। ਮੇਰੀਆਂ ਫਸਲਾਂ ਨੂੰ ਕੀੜੇ ਪੈ ਗਏ, ਮੈਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦਾ, ਕੀੜੇ ਮਰਨਗੇ ਤੇ ਪਾਪ ਲੱਗੇਗਾ। ਜੇ ਮੈਂ ਦਵਾਈਆਂ ਦਾ ਛਿੜਕਾਅ ਨਹੀਂ ਕਰਦਾ, ਫਸਲਾਂ ਮਰਨਗੀਆਂ ਤਾਂ ਪਾਪ ਲੱਗਦਾ ਹੈ। ਲੋਕ ਭੁੱਖੇ ਮਰਨਗੇ ਤਾਂ ਪਾਪ ਲੱਗਦਾ ਹੈ। ਕਿੱਧਰ ਜਾਵਾਂ? ਜੀਵ ਪਾਪ ਪੁੰਨ ਦੇ ਚੱਕਰ ਵਿੱਚ ਉਲਝ ਕੇ ਰਹਿ ਗਿਆ। ਤਾਂ ਹੀ ਗੁਰੂ ਜੀ ਨੇ ਕਹਿ ਦਿੱਤਾ ਬਾਣੀ ਦੇ ਵਿੱਚ ਕਿ ਸਾਡੇ ਲਈ ਪਾਪ ਪੁੰਨ ਕਹਾਣੀਆਂ ਤੋਂ ਵੱਧ ਕੁਛ ਨਹੀਂ ਹਨ। ਪਾਪ ਪੁੰਨ ਤੈਂ ਭਈ ਕਹਾਵਤ, ਕਉ ਨਰਕ ਕਉ ਸੁਰਗ ਵੰਛਾਵਤ। ਪਾਪ ਕੀਤਾ ਤੇ ਨਰਕ ਮਿਲ ਜਾਣਗੇ, ਪੁੰਨ ਕਰਾਂਗੇ ਤੇ ਸਵਰਗ ਮਿਲ ਜਾਏਗਾ। ਇਸੇ ਚੱਕਰਾਂ 'ਚ ਉਲਝ ਗਏ। ਤੇ ਭਗਤ ਜੀ ਬਾਣੀ 'ਚ ਆਖਦੇ ਨੇ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣ ਆਨ। ਪਾਪ ਕੀ ਹੈ, ਪੁੰਨ ਕੀ ਹੈ, ਇਹ ਗੁਰੂ ਦੇ ਗਿਆਨ ਨਾਲ ਪਤਾ ਚੱਲਦਾ ਹੈ। ਗੁਰੂ ਜੀ ਆਖਦੇ ਨੇ, ਆ ਤੈਨੂੰ ਦੱਸਾਂ ਪੁੰਨ ਕਿਹੜਾ ਤੇ ਪਾਪ ਕਿਹੜਾ। ਜਿਸ ਦਿਨ ਸੱਚ ਦੇ ਬੇਸ ਤੇ ਤੂੰ ਆਪਣੇ ਫਰਜ਼ ਪੂਰੇ ਕਰੇਗਾ, ਇਹ ਹੈ ਧਰਮ। ਧਰਮ ਕਰਦਿਆਂ ਦੇਰ ਨਾ ਕਰੀ, ਨਹਿ ਬਿਲੰਬ ਧਰਮੰ। ਬਿਲੰਬ ਮੈਨੇ ਦੇਰ, ਧਰਮ ਕਰਦਿਆਂ ਦੇਰ ਨਾ ਕਰੀ। ਬਿਲੰਬ ਪਾਪੰ, ਇਹਦਾ ਅਰਥ ਕੀਤਾ ਜਾਂਦਾ ਹੈ ਕਿ ਪਾਪ ਕਰਦਿਆਂ ਦੇਰ ਕਰ ਲਈ। ਧਰਮ ਕਰਦਿਆਂ ਦੇਰ ਨਾ ਕਰੀ, ਪਾਪ ਕਰਦਿਆਂ ਦੇਰ ਕਰ ਲਈ। ਮਤਲਬ ਪਾਪ ਕਰ ਲਈ, ਅੱਜ ਨਹੀਂ ਤੇ ਕੱਲ ਕਰ ਲਈ, ਹੁਣ ਨਹੀਂ ਤੇ ਸ਼ਾਮ ਨੂੰ ਕਰ ਲਈ, ਕਰ ਲਈ। ਇਹਦਾ ਅਰਥ ਇਹ ਨਹੀਂ। ਨਹਿ ਬਿਲੰਬ ਧਰਮੰ, ਧਰਮ ਕਰਦਿਆਂ ਦੇਰ ਨਾ ਕਰੀ। ਬਿਲੰਬ ਪਾਪੰ, ਆ ਜਿਹੜੀ ਦੇਰ ਕਰ ਰਿਹਾ ਨਾ, ਇਹਦਾ ਹੀ ਨਾਂ ਪਾਪ ਹੈ। ਜਿਸ ਪਲ ਧਰਮ ਨਹੀਂ ਕਰ ਰਿਹਾ, ਉਹ ਪਲ ਹੀ ਤੇਰਾ ਪਾਪ ਹੈ। ਜਿਸ ਪਲ ਸੱਚ ਨਹੀਂ ਬੋਲ ਰਿਹਾ, ਉਹ ਪਲ ਹੀ ਤੇਰਾ ਪਾਪ ਹੈ। ਜਿਸ ਪਲ ਸਿਫਤ ਨਹੀਂ ਕਰ ਰਿਹਾ, ਜਿਸ ਪਲ ਦਇਆ ਨਹੀਂ ਕਰ ਰਿਹਾ, ਉਹ ਪਲ ਪਾਪ ਹੀ ਹੈ। ਤੇ ਪੁੰਨ ਕਿਹੜਾ ਹੈ? ਜਿਸ ਪਲ ਦਇਆ ਦਾ ਗੁਣ ਤੇਰੇ ਅੰਦਰ ਹੈ, ਧਰਮ ਦਾ ਗੁਣ ਹੈ, ਸਬਰ ਦਾ ਗੁਣ ਹੈ, ਉਹ ਪਲ ਤੇਰਾ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਜਿੱਥੇ ਗੋਬਿੰਦ ਦੇ ਗੁਣਾਂ ਨੂੰ ਗਾ ਕੇ ਵਰਤ ਰਿਹਾ ਜ਼ਿੰਦਗੀ 'ਚ, ਉਹ ਤੇਰਾ ਪਲ ਪੁੰਨ ਹੈ। ਸਿਮਰਤੀਆਂ ਸ਼ਾਸਤਰਾਂ ਨੇ ਪੁੰਨ ਪਾਪ ਦੀ ਵਿਚਾਰ ਦਿੱਤੀ। ਤਾਂ ਹੀ ਗੁਰੂ ਜੀ ਨੇ ਬਾਣੀ 'ਚ ਕਹਿ ਦਿੱਤਾ, ਖਟ ਦਰਸ਼ਨ ਵਰਤੈ ਵਰਤਾਰਾ। ਖਟ ਦਰਸ਼ਨ ਮੈਨੇ 6 ਸ਼ਾਸਤਰਾਂ ਦਾ ਵਰਤਾਰਾ ਪੂਰੀ ਦੁਨੀਆ 'ਚ ਹੈ। ਆਹ ਕੰਮ ਕਰੋਗੇ ਪੁੰਨ ਹੈ, ਆਹ ਕੰਮ ਕਰੋਗੇ ਪਾਪ। ਗੁਰ ਕਾ ਦਰਸ਼ਨ ਅਗਮ ਅਪਰ ਅਪਾਰਾ। ਪਰ ਗੁਰੂ ਦਾ ਸਿਧਾਂਤ ਸਭ ਤੋਂ ਉੱਚਾ ਹੈ। ਗੁਰੂ ਦੀ ਸਿੱਖਿਆ ਸੁਣ ਕੇ ਪਤਾ ਲੱਗ ਜਾਂਦਾ ਹੈ ਵੇਦਾਂ, ਸਿਮਰਤੀਆਂ, ਸ਼ਾਸਤਰਾਂ ਦੀ ਸੋਚ ਕੀ ਹੈ। ਇਹ ਯੂਨੀਵਰਸਲ ਟਰੁੱਥ ਦੇ ਬੇਸ ਤੇ ਪੂਰੀਆਂ ਉਤਰਦੀਆਂ ਕਿ ਨਹੀਂ ਉਤਰਦੀਆਂ। ਫਲਾਣੇ ਦੇਵਤੇ ਦਾ ਇੰਨੀ ਵਾਰੀ ਫਲਾਣਾ ਮੰਤਰ ਪੜ੍ਹਨ ਨਾਲ ਫਲਾਣਾ ਸੁੱਖ ਮਿਲ ਜਾਂਦਾ ਹੈ। ਇਹ ਕੁਝ ਉਹਦੇ ਵਿੱਚ ਲਿਖਿਆ ਹੋਇਆ ਹੈ। ਸੁਣਿਐ ਸ਼ਾਸਤ ਸਿਮਰਤ ਵੇਦ। ਜੇ ਮੀਂਹ ਪਾਣਾ ਤੇ ਇੰਦਰ ਦੀ ਪੂਜਾ, ਮੌਤ ਤੋਂ ਬਚਣਾ ਸ਼ਿਵ ਦੀ ਪੂਜਾ, ਮਾਇਆ ਚਾਹੀਦੀ ਹੈ ਤੇ ਲక్ష్ਮੀ ਦੀ ਪੂਜਾ, ਵਿਦਿਆ ਚਾਹੀਦੀ ਤੇ ਸਰਸਵਤੀ ਦੀ ਪੂਜਾ। ਇੰਨੇ ਮੰਤਰ ਪੜੋ, ਇੰਨੇ ਪਹਿਨਾਵੇ ਇਹੋ ਜਿਹੇ ਪਾਓ ਤੇ ਇੰਨੀ ਵਾਰ ਜਾਪ ਕਰੋ, ਇਹ ਮਿਲ ਜਾਂਦਾ ਹੈ। ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਅਸਲੀਅਤ ਕੀ ਹੈ, ਇਹਨਾਂ ਵਿੱਚ ਕੀ ਕੁਛ ਲਿਖਿਆ ਹੈ। ਨਾਨਕ ਭਗਤਾਂ ਸਦਾ ਵਿਗਾਸ। ਹੇ ਨਾਨਕ, ਭਗਤ ਜਿਨ੍ਹਾਂ ਦੀ ਜ਼ਿੰਦਗੀ 'ਚ ਸਦਾ ਹੀ ਵਿਗਾਸ ਹੈ, ਖੁਸ਼ੀ ਹੈ, ਖੇੜਾ ਹੈ, ਆਨੰਦਤ ਹੈ। ਕਿਉਂ? ਕਿਉਂਕਿ ਰੱਬੀ ਗੁਣਾਂ ਨਾਲ ਜੁੜ ਕੇ ਉਹ ਵਿਗਾਸ ਦੇ ਵਿੱਚ ਆ ਗਏ। ਸੱਚ ਨੇ ਉਹਨਾਂ ਨੂੰ ਸਦੀਵੀ ਕਰ ਦਿੱਤਾ। ਪ੍ਰੇਮ ਨੇ ਉਹਨਾਂ ਦੇ ਵਿੱਚ ਖੜਾਓ ਪੈਦਾ ਕਰ ਦਿੱਤਾ। ਮਿੱਠੀ ਜ਼ੁਬਾਨ ਤੇ ਨਿਮਰਤਾ ਨੇ ਉਹਨਾਂ ਨੂੰ ਮਹਾਨ ਕਰ ਦਿੱਤਾ। ਉਹਨਾਂ ਦੀ ਜ਼ਿੰਦਗੀ ਵਿਗਾਸਤਾ ਵਿੱਚ ਆ ਗਈ। ਹਰ ਹਾਲਤ ਵਿੱਚ ਉਹ ਖੁਸ਼ ਰਹਿੰਦੇ ਨੇ। ਲੋਕ ਸੋਹਣਿਆਂ ਘਰਾਂ, ਕੋਠੀਆਂ 'ਚ ਖੁਸ਼ ਨਹੀਂ ਰਹਿੰਦੇ। ਉਹ ਜੇਲ੍ਹ 'ਚ ਬੈਠੇ ਵੀ ਆਨੰਦਿਤ ਨੇ। ਉਹ ਤਨ ਦੇ ਟੁਕੜੇ ਕਰਾ ਕੇ ਵੀ ਆਨੰਦਿਤ ਨੇ। ਉਹ ਰੇਲ ਦੀਆਂ ਪਟੜੀਆਂ 'ਚ ਬੈਠ ਕੇ ਆਪਣੇ ਸਰੀਰ ਦਾ ਚੂਰਾ ਚੂਰਾ ਕਰਾਉਂਦੇ ਹੋਏ ਵੀ ਆਨੰਦਿਤ ਨੇ। ਉਬਲਦੀ ਦੇਗ 'ਚ ਉਬਾਲੇ ਖਾਂਦੇ ਵੀ ਆਨੰਦਿਤ ਨੇ। ਹਰ ਸਿਚੁਏਸ਼ਨ, ਹਰ ਹਾਲਾਤ ਵਿੱਚ ਉਹ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ। ਜਿਹੜੇ ਰੱਬੀ ਗੁਣਾਂ ਦੇ ਮੁਤਾਬਕ ਜ਼ਿੰਦਗੀ ਜਿਉਂਦੇ ਨੇ, ਉਹਨਾਂ ਦਾ ਖੇੜਾ, ਉਹਨਾਂ ਦਾ ਆਨੰਦ ਦੁਨੀਆ ਦੀ ਕੋਈ ਤਾਕਤ ਖੋ ਨਹੀਂ ਸਕਦੀ। ਸੁਣਿਐ ਦੁੱਖ ਪਾਪ ਕਾ ਨਾਸ਼। ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਨੇਕਾਂ ਭਰਮਾਂ ਦਾ ਨਾਸ਼ ਹੋ ਜਾਂਦਾ ਹੈ। ਪਾਪਾਂ ਪੁੰਨਾਂ ਦੇ ਚੱਕਰਾਂ ਤੋਂ ਜੀਵ ਉੱਠ ਜਾਂਦਾ ਹੈ। ਦੇਵੀ ਦੇਵਤਿਆਂ ਦੇ ਵਿਸ਼ਵਾਸ ਤੋਂ ਉੱਚਾ ਉੱਠ ਜਾਂਦਾ ਹੈ। ਜੋਗ ਜੁਗਤ ਦੀ ਥਾਂ ਤੇ ਰੱਬੀ ਮਿਲਾਪ ਨੂੰ ਸਮਝ ਲੈਂਦਾ ਹੈ।
ਤਨ ਨੂੰ ਕਿਵੇਂ ਵਰਤਣਾ ਹੈ ਇਹਦੀ ਸਮਝ ਲੱਗ ਜਾਂਦੀ ਹੈ। ਸੁਣਿਆ ਦੁੱਖ ਪਾਪ ਕਾ ਨਾਸ਼, ਤੇ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਹੋਈਆਂ ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।